ਅੰਮ੍ਰਿਤਸਰ ਆਈਡੀ ਮਾਮਲੇ ਦੇ ਵਿੱਚ ਪੁਲਿਸ ਕੋਲ ਵੱਡੀ ਲੀਡ, ਕਈ ਥਾਵਾਂ ਤੇ ਰੇਡ ਜਾਰੀ ਹੈ। ਡੀਜੀਪੀ ਬੋਲੇ ਵਿਸਫੋਟਕ ਪਾਕਿਸਤਾਨ ਤੋਂ ਭੇਜੇ ਜਾਣ ਦਾ ਸ਼ੱਕ, ਅਤਵਾਦੀ ਸਾਜ਼ਿਸ਼ ਤੋਂ ਨਹੀਂ ਇਨਕਾਰ। ਹਰਮੰਦਰ ਸਾਹਿਬ ਦੇ ਵਿੱਚ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਦਾਖਲ ਹੋਇਆ ਸ਼ਖਸ, ਗੁਰੂ ਘਰ ਦੀ ਪਰਿਕਰਮਾ ਦੇ ਵਿੱਚ ਖਿਚਵਾਈਆਂ ਤਸਵੀਰਾਂ, ਪੱਖਿਆ ਵਿਵਾਦ। ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਥੋੜੀ ਦੇਰ ਦੇ ਵਿੱਚ ਦਿੱਲੀ ਦੇ ਵਿੱਚ ਮੈਗਾ ਨੈਸ਼ਨਲ ਕੈਂਪੇਨ ਲਾਂਚ ਕਰੇਗੀ ਪਾਰਟੀ। ਕੇਜਰੀਵਾਲ ਬੋਲੇ ਭਾਰਤ ਨੂੰ ਨੰਬਰ 1 ਦੇਸ਼ ਬਣਾਉਣ ਦੇ ਲਈ ਹੋਵੇਗੀ ਵੱਡੀ ਸ਼ੁਰੂਆਤ। ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਡੇਰਾ ਬਾਬਾ ਨਾਨਕ 'ਚ ਹੜ੍ਹ ਵਰਗੇ ਹਾਲਾਤ, ਵੱਡੇ ਇਲਾਕੇ ਦੇ ਵਿੱਚ ਭਰਿਆ ਦਰਿਆ ਦਾ ਪਾਣੀ। ਆਰਮੀ ਦੀ ਫਲੱਡ ਰਿਲੀਫ ਟੀਮ ਦੇ ਜਵਾਨ ਬਚਾਅ 'ਚ ਜੁਟੇ। ਲੁਧਿਆਣਾ 'ਚ ਚਾਈਨਾ ਡੋਰ ਨੇ ਲਈ 6 ਸਾਲ ਦੇ ਮਾਸੂਮ ਦੀ ਜਾਨ, ਪਿਤਾ ਦੇ ਨਾਲ ਐਕਟਿਵਾ ਤੇ ਜਾ ਰਹੇ ਦਕਸ਼ ਦਾ ਵੱਢਿਆ ਗਿਆ ਗਲਾ, ਪੁਲਿਸ ਨੇ ਅਣਪਛਾਤੇ ਖਿਲਾਫ ਦਰਜ ਕੀਤਾ ਕੇਸ। ਸਮਰਾਲਾ 'ਚ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਵਾਟਰ ਟ੍ਰੀਟਮੈਂਟ ਪਲਾਂਟ ਤੋਂ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਲਗਾਇਆ ਇਲਜ਼ਾਮ, ਮਹਿਲਾ ਦੋਸਤ ਵੀ ਸ਼ੱਕ ਦੇ ਘੇਰੇ ਦੇ ਵਿੱਚ। ਪੰਜਾਬ ਭਰ ਤੋਂ ਲਖੀਮਪੁਰ ਦੇ ਲਈ ਰਵਾਨਾ ਹੋਈਆਂ ਕਿਸਾਨ ਜਥੇਬੰਦੀਆਂ ਲਖੀਮਪੁਰ ਦੇ ਵਿੱਚ ਲਗਾਉਣਗੇ ਮੋਰਚਾ, ਆਸ਼ੀਸ਼ ਮਿਸ਼ਰਾ ਦੇ ਖਿਲਾਫ ਕਾਰਵਾਈ ਦੀ ਮੰਗ। ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਰੱਬ ਦਾ ਕੀਤਾ ਸ਼ੁਕਰਾਨਾ, ਝੂਠੇ ਬਰਤਨਾਂ ਦੀ ਨਿਭਾਈ ਸੇਵਾ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਹਰਮੰਦਰ ਸਾਹਿਬ ਤੋਂ। ਹਰਮੰਦਰ ਸਾਹਿਬ ਦੇ ਵਿੱਚ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਸ਼ਖਸ ਦਾਖਲ ਹੋਇਆ। ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਸਨੇ ਤਸਵੀਰਾਂ ਖਿਚਵਾਈਆਂ ਨੇ। 84 ਸਿੱਖ ਵਿਰੋਧੀ ਦੰਗਿਆਂ ਦਾ ਮੁਲਜ਼ਮ ਹੈ ਟਾਈਟਲਰ, ਔਰ ਜਿਸ ਦੀ ਇਹ ਟੀ-ਸ਼ਰਟ ਪਾਈ ਹੋਈ ਹੈ, ਜਿਸ ਦੀ ਤਸਵੀਰ ਵਾਲੀ ਟੀ-ਸ਼ਰਟ ਪਾਈ ਹੋਈ ਹੈ, ਇਸ ਸ਼ਖਸ ਦਾ ਨਾਂ ਕਰਮਜੀਤ ਸਿੰਘ ਗਿੱਲ ਦੱਸਿਆ ਜਾ ਰਿਹਾ, ਜੋ ਕਾਂਗਰਸ ਦੇ ਐਸਸੀ ਸੈੱਲ ਦਾ ਵਾइस ਚੇਅਰਮੈਨ ਹੈ। ਯਾਨੀ ਕਿ ਇੱਕ ਬਕਾਇਦਾ ਜ਼ਿੰਮੇਵਾਰੀ ਵੀ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਸ਼ਖਸ ਦੇ ਕੋਲ। ਕਰਮਜੀਤ ਸਿੰਘ ਗਿੱਲ, ਜਿਸ ਦਾ ਨਾਮ ਦੱਸਿਆ ਜਾ ਰਿਹਾ, ਨੌਜਵਾਨ ਹੈ ਜਿਸ ਦੇ ਵੱਲੋਂ ਇਹ ਟੀ-ਸ਼ਰਟ ਪਾਈ ਗਈ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਨੌਜਵਾਨ ਦੀਆਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਪਰਿਕਰਮਾ ਦੇ ਵਿੱਚ ਮੌਜੂਦ ਹੈ। ਉਹ ਟੀ-ਸ਼ਰਟ ਉਸਨੇ ਪਾਈ ਹੋਈ ਹੈ, ਜਿਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਨੇ, ਕਾਰਵਾਈ ਦੀ ਮੰਗ ਉੱਠਦੀ ਰਹੀ ਹੈ। ਪਰ ਫਿਲਹਾਲ ਕਾਰਵਾਈ ਹੋ ਚੁੱਕੀ ਹੈ ਟਾਈਟਲਰ ਦੇ ਖਿਲਾਫ। ਪਰ ਹੁਣ ਕਿਤੇ ਨਾ ਕਿਤੇ ਇਹ ਤਸਵੀਰ ਜਦੋਂ ਸਾਹਮਣੇ ਆਈ ਹੈ ਤਾਂ ਇਸ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਕਿਉਂਕਿ ਬਕਾਇਦਾ ਹਰਮੰਦਰ ਸਾਹਿਬ ਦੇ ਵਿੱਚ ਉਸਨੇ ਇਹ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਤਸਵੀਰਾਂ ਖਿਚਵਾਈਆਂ ਨੇ। ਔਰ ਜੋ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਐਸਸੀ ਸੈੱਲ ਦਾ ਵਾइस ਚੇਅਰਮੈਨ ਹੈ ਇਹ ਕਰਮਜੀਤ ਗਿੱਲ, ਇਸ ਨੌਜਵਾਨ ਦਾ ਨਾਂ ਹੈਗਾ। ਔਰ ਖਾਸ ਤੌਰ ਤੇ ਕਿਉਂਕਿ ਇੱਕ ਜ਼ਿੰਮੇਵਾਰੀ ਹੈ ਪਾਰਟੀ ਦੇ ਵਿੱਚ ਮਿਲੀ ਹੋਈ, ਐਸਸੀ ਸੈੱਲ ਦਾ ਵਾइस ਚੇਅਰਮੈਨ ਲਗਾਇਆ ਗਿਆ ਹੈ, ਜ਼ਿੰਮੇਵਾਰੀ ਦਿੱਤੀ ਗਈ ਹੈ। ਪਰ ਇਸ ਟੀ-ਸ਼ਰਟ ਨੂੰ ਪਾਉਣ ਦਾ ਮਕਸਦ ਕੀ ਹੈ, ਇੱਥੇ ਜ਼ਾਹਿਰ ਕੀ ਕੁਝ ਕੀਤਾ ਜਾ ਰਿਹਾ ਹੈ, ਜਾਂ ਕਿਉਂ ਇਹ ਟੀ-ਸ਼ਰਟ ਪਾਈ ਗਈ ਹੈ, ਤਾਂ ਉੱਥੇ ਹੀ ਉਸੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੈ ਇਹ ਸ਼ਖਸ, ਇਹ ਨੌਜਵਾਨ, ਔਰ ਕਿਉਂ ਇਹ ਤਸਵੀਰਾਂ ਖਿਚਵਾਈਆਂ ਗਈਆਂ ਨੇ, ਤਾਂ ਕਿਸ ਤਰ੍ਹਾਂ ਦੇ ਨਾਲ ਇਹ ਵਾਇਰਲ ਵੀ ਹੋਈਆਂ ਨੇ, ਕਿਉਂਕਿ ਜੇਕਰ ਜਨਤਕ ਹੋਈਆਂ ਨੇ ਤਾਂ ਇਸ ਦਾ ਵੀ ਕੋਈ ਕਾਰਨ ਰਿਹਾ ਹੈ। ਹਰਮੰਦਰ ਸਾਹਿਬ ਦੇ ਵਿੱਚੋਂ ਇਹ ਤਸਵੀਰ ਸਾਹਮਣੇ ਆਈ ਹੈ, ਟਾਈਟਲਰ ਦੀ ਫੋਟੋ ਵਾਲੀ ਇਸ ਤੇ ਟੀ-ਸ਼ਰਟ ਪਾਈ ਹੋਈ ਹੈ, ਔਰ ਅੰਦਰ ਇਹ ਦਾਖਲ ਹੋਇਆ ਬਕਾਇਦਾ। ਜਿਸ ਤਰ੍ਹਾਂ ਦੇ ਨਾਲ ਅਮੂਮਨ ਤੌਰ ਤੇ ਸੰਗਤ ਪਹੁੰਚਦੀ ਹੈ ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ, ਉਸੇ ਤਰ੍ਹਾਂ ਦੇ ਨਾਲ ਸੁਭਾਵਿਕ ਤੌਰ ਤੇ ਦਰਸ਼ਨ ਕੀਤੇ ਗਏ ਹੋਣਗੇ। ਪਰ ਬਾਅਦ ਦੇ ਵਿੱਚ ਇਹ ਤਸਵੀਰ ਖਿਚਵਾਈ ਗਈ ਹੈ, ਔਰ ਤਸਵੀਰ ਖਿਚਵਾਉਣ ਤੋਂ ਬਾਅਦ ਇਹ ਸਾਹਮਣੇ ਵੀ ਆ ਗਈ ਹੈ, ਸਭ ਦੇ ਸਾਹਮਣੇ ਹੈ, ਜਨਤਕ ਹੈ। ਤਾਂ ਹੁਣ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਜਗਦੀਸ਼ ਟਾਈਟਲਰ ਦੀ ਇਹ ਤਸਵੀਰ ਵਾਲੀ ਜਿਹੜੀ ਟੀ-ਸ਼ਰਟ ਹੈ ਕਿਉਂ ਪਾਈ ਗਈ ਹੈ। ਹਾਲਾਂਕਿ ਕਾਂਗਰਸ ਦਾ ਹੀ ਐਸਸੀ ਸੈੱਲ ਦਾ ਇਹ ਚੇਅਰਮੈਨ ਦੱਸਿਆ ਜਾ ਰਿਹਾ ਹੈ, ਜੋ ਨੌਜਵਾਨ ਹੈ ਕਰਮਜੀਤ ਗਿੱਲ, ਤਾਂ ਵਾइस ਚੇਅਰਮੈਨ ਦੱਸਿਆ ਜਾ ਰਿਹਾ ਹੈ। ਤਾਂ ਜ਼ਿਆਦਾ ਜਾਣਕਾਰੀ ਦੇ ਲਈ ਰਾਜੀਵ ਸ਼ਰਮਾ ਨੇ ਫੋਨ ਲਾਈਨ ਤੇ ਪੱਤਰਕਾਰ। ਰਾਜੀਵ, ਸਭ ਤੋਂ ਪਹਿਲਾਂ ਇਹ ਸਾਰਾ ਮਾਮਲਾ ਕੀ ਸਾਹਮਣੇ ਆਇਆ ਹੈ, ਔਰ ਖਾਸ ਤੌਰ ਤੇ ਤਸਵੀਰਾਂ ਕਿਵੇਂ ਸਾਹਮਣੇ ਆਈਆਂ ਨੇ, ਕਿਵੇਂ ਜਨਤਕ ਹੋਈਆਂ ਨੇ? ਦੇਖੋ ਗੁਰਜੋਤ, ਸਭ ਤੋਂ ਪਹਿਲਾਂ ਤਾਂ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਤਾਂ ਇਹ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਆਗੂ ਤੋਂ ਵੱਧ ਕੇ ਇੱਕ ਦਲਿਤ ਲੀਡਰ ਵਜੋਂ ਇਹਨਾਂ ਵੱਲੋਂ ਪੇਸ਼ ਕੀਤਾ ਜਾਂਦਾ ਖੁਦ ਨੂੰ। ਪਰ ਦੂਸਰੇ ਪਾਸੇ ਜੇਕਰ ਮੈਂ ਜਗਦੀਸ਼ ਟਾਈਟਲਰ ਦਾ ਜ਼ਿਕਰ ਕਰਾਂ ਤਾਂ ਜਗਦੀਸ਼ ਟਾਈਟਲਰ ਦੇ ਨਾਲ ਕਾਫੀ ਕਰੀਬੀ ਰਿਸ਼ਤੇ ਨੇ ਕਰਮਜੀਤ ਸਿੰਘ ਗਿੱਲ ਦੇ, ਔਰ ਪਹਿਲਾਂ ਵੀ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਜਗਦੀਸ਼ ਟਾਈਟਲਰ ਦਾ ਜਨਮ ਦਿਨ ਹੁੰਦਾ ਤਾਂ ਖਾਸ ਤੌਰ ਤੇ
ਦਿੱਲੀ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਔਰ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਤੋਹਫੇ ਦਿੱਤੇ ਜਾਂਦੇ ਨੇ। ਔਰ ਕੁਝ ਸਾਲ ਪਹਿਲਾਂ ਜਦੋਂ ਜਗਦੀਸ਼ ਟਾਈਟਲਰ ਦਾ ਜਨਮ ਦਿਨ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਵੱਡੇ ਹੋਰਡਿੰਗ ਵੀ ਇਸ ਸ਼ਖਸ ਵੱਲੋਂ ਲਗਵਾਏ ਗਏ ਸੀ, ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਔਰ ਕਈ ਵਾਰ ਇਸ ਦੇ ਉੱਪਰ ਇਸ ਦਾ ਕਹਿਣਾ ਕਿ ਹਮਲੇ ਵੀ ਹੋ ਚੁੱਕੇ ਨੇ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਹਰਿਮੰਦਰ ਸਾਹਿਬ ਜਿਸ ਦੇ 4 ਦਰਵਾਜ਼ੇ ਨੇ, ਉੱਥੇ ਕਿਸੇ ਵੀ ਧਰਮ ਕਿਸੇ ਵੀ ਵਰਗ ਨੂੰ ਜਾਣ ਦੀ ਇਜਾਜ਼ਤ ਹੈ, ਕੋਈ ਵੀ ਜਾ ਸਕਦਾ ਹੈ। ਪਰ ਇਸ ਤਰੀਕੇ ਦੇ ਨਾਲ ਜਿਹੜੀ ਤਸਵੀਰ ਖਿਚਵਾਈ ਗਈ ਹੈ ਔਰ ਉਸ ਸ਼ਖਸ ਦੀ ਤਸਵੀਰ ਵਾਲੀ ਟੀ-ਸ਼ਰਟ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਉਸ ਦਾ ਵਿਰੋਧ ਕਰ ਰਹੀਆਂ ਨੇ। ਹਾਲਾਂਕਿ ਕਾਨੂੰਨ ਆਪਣੀ ਜਿਹੜੀ ਕਾਰਵਾਈ ਉਹ ਕਰ ਰਿਹਾ, ਤਾਂ ਚਲੋ ਜੇ ਮੰਨ ਵੀ ਲੈਂਦੇ ਆ ਕਿ ਤਸਵੀਰ ਵਾਲੀ ਟੀ-ਸ਼ਰਟ ਜੇ ਪਾਈ ਵੀ ਸੀ, ਫੋਟੋ ਖਿਚਵਾ ਵੀ ਲਈ, ਤਾਂ ਉਸ ਨੂੰ ਜਨਤਕ ਕਰਨਾ ਔਰ ਉਸ ਦੇ ਪਿੱਛੇ ਕੀ ਸੁਨੇਹਾ, ਇਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਕਰਮਜੀਤ ਗਿੱਲ ਨੂੰ ਵਿਵਾਦਾਂ ਦੇ ਵਿੱਚ ਇਹ ਤਸਵੀਰ ਜਿਹੜੀ ਉਹ ਲਿਆ ਸਕਦੀ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜੋ ਹੈ ਸਿੱਖ ਜਥੇਬੰਦੀਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ। ਔਰ ਇਹ ਜਿਹੜੀ ਟੀ-ਸ਼ਰਟ ਵਾਲੀ ਤਸਵੀਰ ਹੈ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਖਿੱਚੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਸੰਗਤ ਉਸ ਵੇਲੇ ਨਜ਼ਰ ਨਹੀਂ ਆ ਰਹੀ ਔਰ ਜਿਸ ਤਰੀਕੇ ਦੀ ਤਸਵੀਰ ਦੇ ਵਿੱਚ ਲਾਈਟਿੰਗ ਹੈ ਕਿ ਇਹ ਸਵੇਰ ਦੀ ਤਸਵੀਰ ਲੱਗ ਰਹੀ ਹੈ ਔਰ ਸਵੇਰੇ ਤੜਕੇ ਇਸ ਤਸਵੀਰ ਨੂੰ ਖਿੱਚ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਵਾਇਰਲ ਹੋ ਰਹੀ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਵਿਵਾਦ ਦਾ ਕਾਰਨ ਇਹ ਤਸਵੀਰ ਜਿਹੜੀ ਹੈ ਲਾਜ਼ਮੀ ਤੌਰ ਤੇ ਬਣ ਸਕਦੀ ਹੈ। ਠੀਕ ਹੈ ਰਾਜੀਵ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਮੁੱਢਲੀ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਹਮਣੇ ਆਈ ਹੈ। ਰਾਜੀਵ ਸ਼ਰਮਾ ਪੱਤਰਕਾਰ ਜੁੜੇ ਸੀ। ਗੁਰਚਰਨ ਸਿੰਘ ਗਰੇਵਾਲ ਨੇ ਸਾਡੇ ਨਾਲ ਫੋਨ ਲਾਈਨ ਤੇ, ਐਸਜੀਪੀਸੀ ਦੇ ਮੈਂਬਰ ਨੇ। ਗਰੇਵਾਲ ਸਾਹਿਬ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਜੀ ਸਭ ਤੋਂ ਪਹਿਲਾਂ ਕੀ ਕੁਝ ਕਹਿਣਾ ਚਾਹੋਗੇ ਜਾਂ ਕੀ ਕੁਝ ਦੱਸਣਾ ਚਾਹੋਗੇ, ਕਿਉਂਕਿ ਇਹ ਤਸਵੀਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕਾਂਗਰਸ ਦੇ ਐਸਸੀ ਸੈੱਲ ਦੇ ਵਾਈਸ ਚੇਅਰਮੈਨ ਨੇ, ਨੌਜਵਾਨ ਨੇ, ਜਿਸ ਦੇ ਵੱਲੋਂ ਇਹ ਤਸਵੀਰ ਖਿਚਵਾਈ ਗਈ ਹੈ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਾ ਕੇ। ਦੇਖੋ ਜੀ, ਮੇਰੇ ਕਹਿਣ ਤੋਂ ਬਗੈਰ ਹੀ ਤੁਸੀਂ ਸਾਰਾ ਕੁਝ ਸਾਹਮਣੇ ਸਾਰੇ ਜਿਹੜੇ ਲੋਕਾਂ ਦੇ ਸਾਹਮਣੇ ਸਾਰੀ ਸਪਸ਼ਟਕਾਰੀ ਦਿੱਤੀ ਆ ਕਿ ਦੇਖੋ, ਮੈਂ ਭਾਵੇਂ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੋਣ ਕਰਕੇ ਮੇਰੀ ਕਹੀ ਹੋਈ ਗੱਲ ਜਿਹੜੀ ਹੈ ਸ਼ਾਇਦ ਸਿਆਸੀ ਵਿਰੋਧੀ ਲੱਗੇਗੀ। ਇਹ ਕਾਂਗਰਸ ਦਾ ਜਿਹੜਾ ਨਜ਼ਰੀਆ ਵਾ ਉਹ ਬਦਲ ਨਹੀਂ ਸਕਦਾ। ਇਹਨਾਂ ਦੇ ਲੋਕ ਜਿਹੜੇ ਆ ਜ਼ਖਮਾਂ ਦੇ ਨੂਨ ਛਿੜਕਣ ਦੀ ਗੱਲ ਕਰਦੇ ਆ। ਹੁਣ ਦੇਖੋ ਜੀ, ਦਰਬਾਰ ਸਾਹਿਬ ਦੇ ਅੰਦਰ ਜਗਦੀਸ਼ ਟਾਈਟਲਰ ਦੀ ਫੋਟੋ ਲਾ ਕੇ ਪਾ ਕੇ ਪਰਿਕਰਮਾ ਦੇ ਵਿੱਚ ਤੇ ਉਹਨੂੰ ਪੋਸਟ ਕਰਨਾ, ਇਹ ਆਪਣੇ ਆਪ ਦੇ ਵਿੱਚ ਕੀ ਦਰਸਾ ਰਿਹਾ। ਸੋ ਮੈਂ ਇਹ ਸਮਝਦਾ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਸਿੱਖਾਂ ਨੂੰ ਚੜਾਇਆ ਜਾ ਰਿਹਾ। ਤੇ ਦੇਖੋ, ਰਾਜਨੀਤਿਕ ਫੀਲਡ ਦੇ ਅੰਦਰ, ਰਾਜਨੀਤਿਕ ਖੇਤਰ ਦੇ ਅੰਦਰ ਤੁਸੀਂ ਆਓ, ਸਾਨੂੰ ਕੋਈ ਇਤਰਾਜ਼ ਨਹੀਂ। ਰਾਜਨੀਤਿਕ ਖੇਤਰ ਦੇ ਅੰਦਰ ਆਪਸੀ ਕੋਈ ਗੱਲ ਕਰੋ, ਕੋਈ ਤੁਸੀਂ ਇਤਰਾਜ਼ ਕਰੋ ਜਾਂ ਕੋਈ ਗੱਲ ਕਰੋ, ਕੋਈ ਦੂਸ਼ਣ ਲਾਓ, ਪਰ ਇੱਕ ਧਾਰਮਿਕ ਸਾਨੂੰ ਇਸ ਤਰ੍ਹਾਂ ਵਰਤਣਾ, ਤੇ ਉਹ ਤਾਂ ਪਹਿਲਾਂ ਹੀ ਅਸੀਂ ਇਸ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਬੜੇ ਦਰਦ ਨਾਲ ਅਸੀਂ ਡੁੱਬੇ ਹੋਏ ਆ ਕਿ ਇਸ ਦਰਬਾਰ ਸਾਹਿਬ ਤੇ ਉਸੇ ਪਰਿਕਰਮਾ ਚੋਂ ਜਿਹੜੇ ਟੈਂਕ ਤੇ ਤੋਪ ਜਿਹੜੇ ਫੌਜ ਦੇ ਬਾਰਡਰ ਤੇ ਖੜਦੇ ਆ ਤੇ ਕਰਦੇ ਆ, डंका पूरी दुनिया के अंदर बजा करता था। हमें भारत को वापस दुनिया का नंबर 1 देश बनाना है। वी हैव टू मेक इंडिया ग्रेट अगेन। तो आज हम एक राष्ट्रीय मिशन की शुरुआत करने जा रहे हैं और उस मिशन का नाम है मेक इंडिया नंबर 1। 130 करोड़ लोगों को इस मिशन के साथ जोड़ना है। इस देश के हर नागरिक को इस मिशन के साथ जोड़ना है। इस देश के हर नागरिक का सपना रहा है कि भारत को दुनिया का नंबर 1 देश बनाना है। 130 करोड़ लोगों को अब इस मिशन के साथ जोड़ना है। आजादी को 75 साल हो गए। इन 75 सालों में हमने बहुत कुछ पाया, भारत ने बहुत कुछ हासिल किया, लेकिन लोगों के अंदर एक गुस्सा है, लोगों के अंदर एक क्रोध है, लोगों के अंदर एक प्रश्न है कि इन 75 सालों के अंदर कई ऐसे देश हैं, छोटे छोटे देश हैं, जो हमारे बाद आजाद हुए और हमसे आगे निकल गए। सिंगापुर हमसे 15 साल बाद आजाद हुआ, आज हमसे आगे निकल गया। क्यों भाई? हमारे में क्या कमी है? जापान द्वितीय विश्व युद्ध के अंदर, सेकेंड वर्ल्ड वॉर के अंदर जापान तहस नहस हो गया था।
हिरोशिमा और नागासाकी के ऊपर बम, न्यूक्लियर बम पड़े थे, आज हमसे आगे निकल गया। जर्मनी, हिटलर के बाद द्वितीय विश्व युद्ध के अंदर जर्मनी तहस नहस हो गया था, आज हमसे आगे निकल गया। हम पीछे क्यों रह गए? भारत पीछे क्यों रह गया? आज भारत का हर नागरिक ये पूछ रहा है, भारत का हर नागरिक गुस्से में है, भारत का हर नागरिक क्रोध में है कि हम पीछे क्यों रह गए। हम किसी से कम हैं क्या? हम किसी से कम थोड़ी हैं। भारत के लोग दुनिया के सबसे इंटेलिजेंट लोग हैं, भारत के लोग सबसे मेहनती लोग हैं, भारत के लोग दुनिया में सबसे बेस्ट लोग हैं। फिर भी हम पीछे रह गए। भगवान ने भारत को सब कुछ देने में कोई कसर नहीं छोड़ी, सब कुछ दिया है भगवान ने हमें। भगवान ने हमें नदियां दी, पहाड़ दिए, जड़ी बूटियां दी, फसलें दी, समुद्र दिया, क्या नहीं दिया भगवान ने? इतना विशाल देश। और जब भगवान ने इंसान पैदा किया तो सबसे इंटेलिजेंट लोग भगवान ने इंडिया में पैदा किया, फिर भी हम पीछे रह गए। फिर हम पीछे क्यों रह गए? भारत आखिर पीछे क्यों रह गया? दोस्तों, अगर इनके भरोसे छोड़ दिया, इन पार्टियों और इन नेताओं के भरोसे छोड़ दिया, तो अगले 75 साल और पीछे रह जाएंगे। इनमें से किसी को अपना परिवार प्यारा है, इनमें से किसी को अपना दोस्त प्यारा है, किसी को भ्रष्टाचार करना है, किसी को देश लूटना है। इन 75 साल में इन्होंने अपने घर भरने के और अपने दोस्तों के घर भरने के सिवा कुछ नहीं किया। दोस्तों, अगर इनके भरोसे, इन पार्टियों और इन नेताओं के भरोसे छोड़ दिया तो 75 साल और भारत पीछे रह जाएगा। कई लोग मेरे से पूछते हैं, कैन इंडिया लीड द वर्ल्ड? व्हाई नॉट? क्यों नहीं कर सकता इंडिया लीड? हमारे पास, हमारे देश में बेस्ट इंजीनियर हैं, बेस्ट डॉक्टर हैं, बेस्ट वकील हैं, बेस्ट साइंटिस्ट हैं, बेस्ट किसान हैं। किस चीज की कमी है हमारे देश में? लेकिन एक ही शर्त है, देश के 130 करोड़ लोगों को अब साथ आना पड़ेगा। अब देश के लोगों को बागडोर संभालनी पड़ेगी, इनके भरोसे नहीं छोड़ सकते। देश के 130 करोड़ लोगों को, इंजीनियर, डॉक्टर, मजदूर, किसान, आदमी, औरत, अमीर, गरीब, इस जात के, उस जात के, इस धर्म के, उस धर्म के, सब लोगों को साथ आना पड़ेगा। 130 करोड़ लोगों को मिलके अब देश की बागडोर संभालनी पड़ेगी। पचहत्तर साल पहले जब सारा देश इकट्ठा हुआ था तो हमने अंग्रेजों को बाहर फेंक दिया था। आज 75 साल के बाद अगर हम 130 करोड़ लोग इकट्ठे हो गए तो दोस्तों, भारत को नंबर 1 देश बनने से कोई नहीं रोक सकता। एक शर्त है, 130 करोड़ लोगों को, ये हमारा परिवार है, 130 करोड़ लोगों का हमारा परिवार है, ये एक टीम है। हम सब लोगों को मिलके एक परिवार की तरह सोचना है, 130 करोड़ लोगों के परिवार की तरह सोचना है। हमारा कोई भी बच्चा बिना अच्छी शिक्षा के नहीं रहना चाहिए। देश आगे कैसे बढ़ेगा? देश दुनिया का नंबर 1 देश कैसे बनेगा? भारत दुनिया का नंबर 1 देश कैसे बनेगा? हमें अपने हर बच्चे को, 27 करोड़ बच्चे रोज स्कूलों में जाते हैं,
हमें अपने हर बच्चे के लिए अच्छी शिक्षा का इंतजाम करना पड़ेगा, फ्री शिक्षा का इंतजाम करना पड़ेगा। चाहे कोई कितने गरीब घर में पैदा हो, चाहे कोई कितने भी गरीब घर में पैदा हो, देश के किसी भी कोने में रहता हो, हम ये नहीं कह सकते हम पहाड़ों में स्कूल नहीं खोल सकते, हम आदिवासी इलाकों में स्कूल नहीं खोल सकते। देश के कोने कोने में स्कूल खोलने पड़ेंगे। इसके लिए चाहे जितना पैसा खर्च करना पड़े अपने को, देश को चाहे जितना पैसा खर्च करना पड़े, सबसे पहला काम अपने को करना है देश के हर बच्चे के लिए अच्छी शिक्षा का इंतजाम करना है। अगर हमने अपने बच्चों को अच्छी शिक्षा दे दी, बच्चों को पढ़ा दिया, एक एक बच्चा पढ़ के कोई डॉक्टर बनेगा, कोई इंजीनियर बनेगा, कोई बिजनेसमैन बनेगा, कोई कहीं कुछ करेगा, कोई कुछ करेगा। एक एक बच्चा पढ़ने के बाद एक एक परिवार को गरीब से अमीर बना देगा। और जब एक एक परिवार गरीब से अमीर बनेगा तो भारत का नाम अमीर देशों के अंदर लिखा जाएगा। दूसरा काम अपने को करना पड़ेगा, अपने देश के एक एक आदमी के लिए, एक एक औरत के लिए, एक एक बुजुर्ग के लिए, एक एक युवा के लिए, एक एक बच्चे के लिए अच्छे से अच्छे इलाज का इंतजाम करना पड़ेगा। अगर बीमार हो जाए कोई, उसका अच्छे से अच्छा इलाज होना चाहिए कि नहीं होना चाहिए? अच्छे से अच्छे इलाज का इंतजाम करना पड़ेगा, फ्री में इलाज का इंतजाम करना पड़ेगा। उसकी दवा, उसका टेस्ट, उसकी इलाज, उसका ऑपरेशन, चाहे कितने भी लाख रुपए का खर्चा क्यों ना आए, चाहे कोई कितना भी गरीब क्यों ना हो, हर जिंदगी हमारे लिए इंपॉर्टेंट है, हर भारतीय हमारे लिए इंपॉर्टेंट है, भारत का हर नागरिक हमारे लिए इंपॉर्टेंट है। इसके लिए जरूरी है भारत के कोने कोने में, पूरे देश में, गांव गांव में, कोने कोने में हमें स्कूल खोलने पड़ेंगे, हमें अस्पताल खोलने पड़ेंगे, हमें मोहल्ला क्लिनिक बनाने पड़ेंगे, हमें डिस्पेंसरी खोलनी पड़ेगी, डॉक्टरों का इंतजाम करना पड़ेगा, टीचरों का इंतजाम करना पड़ेगा। लेकिन सबसे पहली दो चीजें हमें अपने बच्चों के लिए शिक्षा का और अपने लोगों के लिए इलाज का इंतजाम करना पड़ेगा। तीसरी चीज, हमारी युवा शक्ति आज हमारी सबसे बड़ी ताकत है। आज लेकिन युवा बेरोजगार घूम रहे हैं, इनको रोजगार दिया जा सकता है अगर सही नियत और सही मैनेजमेंट हो, तो हमारे युवाओं को रोजगार दिया जा सकता है। रोजगारों को तीसरी चीज हमें करनी पड़ेगी, एक एक युवा के लिए रोजगार का इंतजाम करना पड़ेगा। एक भी युवा देश के अंदर बेरोजगार नहीं होना चाहिए। इसके लिए सबसे बड़ी प्राथमिकता देनी पड़ेगी, एक एक युवा के लिए रोजगार का इंतजाम करना पड़ेगा। चौथी चीज, हमारे देश की हर महिला को सम्मान मिलना चाहिए। हमारे देश की हर महिला को बराबरी का अधिकार मिलना चाहिए। हमारे देश की हर महिला को सुरक्षा मिलनी चाहिए। महिलाओं के लिए बराबरी का अधिकार, महिलाओं के लिए सुरक्षा और महिलाओं के लिए सम्मान, ये कहना बड़ा आसान है, करने के लिए हमें अपने अपने घर के अंदर, अपने अपने समाज के अंदर इसके लिए काम करना पड़ेगा। और पांचवी चीज, आज किसान का बेटा किसान नहीं बनना चाहता। क्यों नहीं बनना चाहता? हमारा मुल्क किसान प्रधान, खेती प्रधान मुल्क है। हमें ऐसी व्यवस्था करनी पड़ेगी
कि किसानों को अपनी फसल का पूरा दाम मिले, ताकि किसानों के घर में खुशहाली लेके आए, किसानों को सम्मान मिले। और ऐसी व्यवस्था करनी पड़ेगी कि किसान का बेटा फक्र के साथ कहे, मुझे भी किसान बनना है। हमारे देश के किसानों को उनकी फसलों का पूरा दाम, उनकी मजदूरी का पूरा दाम देना है, ताकि हर किसान का बेटा फक्र के साथ किसानी कर सके। दोस्तों, और भी बहुत सारे काम करने हैं, लेकिन ये 5 काम सबसे जरूरी काम है। अगर हमें अपने देश को आगे बढ़ाना है तो ये करना पड़ेगा। आज मैं इस मंच के माध्यम से देश के 130 करोड़ लोगों को अपील करता हूं कि इस राष्ट्र मिशन मेक इंडिया नंबर 1, इस राष्ट्र मिशन के साथ जुड़ें। जिस दिन 130 करोड़ लोग एक साथ जुड़ गए, भारत को दुनिया का नंबर 1 देश बनने से कोई नहीं रोक सकता। और हमारा किसी पार्टी से कोई लेना देना नहीं है। यह मिशन राष्ट्रीय मिशन है, यह देश को आगे ले जाने का मिशन है, यह किसी पार्टी का मिशन नहीं है। इसलिए मैं आह्वान करना चाहता हूं, सारे बीजेपी वाले भी साथ आओ, सारे कांग्रेस वाले भी साथ आओ, इस पार्टी वाले भी साथ आओ, उस पार्टी वाले भी साथ आओ। देश में जितने देशभक्त हैं, जो लोग चाहते हैं कि देश, भारत का नाम दुनिया के अंदर हो, भारत दुनिया का नंबर 1 देश बने, जो लोग चाहते हैं, सारे इस राष्ट्रीय मिशन के साथ जुड़ो। और हमें अब लड़ाई झगड़े नहीं करने। लड़ाई झगड़े करके 75 साल खराब कर दिए। कांग्रेस वाले बीजेपी के साथ लड़ रहे हैं, बीजेपी वाले आम आदमी पार्टी के साथ लड़ रहे हैं, ये उससे लड़ रहा है, ये उससे लड़ रहा है, हिंदू मुसलमान से लड़ रहा है, मुसलमान क्रिश्चियन से लड़ रहा है, पंडित उससे लड़ रहा है, वो उससे लड़ रहा है, वो सारे लड़ाई झगड़े खत्म। अगर हम लड़ते रह गए तो दुनिया का नंबर 1 देश नहीं बन सकते। हमें सबको, 130 करोड़ लोगों को एक परिवार की तरह रहना है, एक परिवार की तरह हमें कंडक्ट करना है, एक परिवार की तरह बिहेव करना है। नफरत खत्म, प्यार और मोहब्बत करेंगे, एक साथ मिलकर रहेंगे, मुट्ठी बन के रहेंगे, तभी भारत दुनिया का नंबर 1 देश बन सकता है। आज हम सब लोग प्रण लेते हैं कि जब तक भारत को दुनिया का नंबर 1 देश नहीं बनाएंगे, हम सोएंगे नहीं, खाएंगे, चैन से नहीं रहने वाले। तब तक हम चैन से नहीं रहेंगे जब तक हम भारत को दुनिया का नंबर 1 देश नहीं बनाने। मैं पूरे देश में जाऊंगा, पूरे देश के कोने कोने में जाऊंगा, लोगों को जोड़ूंगा और 130 करोड़ लोगों का अलायंस बनाएंगे। 130 करोड़ लोगों को इस मिशन से जोड़ेंगे, और जब 130 करोड़ लोग जुड़ गए तो भारत को सर्वश्रेष्ठ राष्ट्र, शक्तिशाली राष्ट्र बनने से कोई नहीं रोक सकता। भारत माता की इनकलाब, वंदे, जय हिंद, जय हिंद। आइए हम सब अपने अपने स्थान पर खड़े होकर इस संकल्प में अपने आप को समर्पित भी करें और राष्ट्रगान में हम शामिल हों। सभी अपने स्थान पर एक बार खड़े हों। संबोधन किया गया और खास तौर से आपकी मैगा कैंपेन है और इसनू नैशनल पद्धर ते यानी कि खुद अरविंद केजरीवाल दसदे हुए नजर आए ने कि मुख मुद्दे किहड़े रहणगे और पूरे देश दे विच कैंपेन जिहड़ी है उसनू लॉन्च कर दिता गया। और सीधे तौर पर मुख मुद्दे सेहत और सिक्ख्या, जिस तरह के नाल पंजाब दे विच भी तस्वीर नजर आई सी चोणां दे दौरान, वो 2 अहम मुद्दे तां प्रायोरिटी दे ने। इस तो बाद किसानां दा भी जिक्र किया गया, बेरोजगारी का जिक्र किया गया, इस तो इलावा महिलावां नूं सन्मान। ये 5 मुख गल्लां अपने संबोधन दे विच अरविंद केजरीवाल दे वल्लों रखिया गईयां ने कि पूरे कैंपेन नूं जिहड़ा है वो लोकां दे नाल जोड़िया जाएगा, यानी कि 130 करोड़